ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਮਾਨਵਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖ ਪੰਥ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਇਜ਼ ਗੱਲਾਂ ਕੀਤੀਆਂ ਨੇ, ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਬੜੀਆਂ ਕੌੜੀਆਂ ਲੱਗ ਰਹੀਆਂ ਨੇ। ਉਹਨਾਂ ਤੇ ਬੇਹੱਦ ਮਾੜੀ ਟਿੱਪਣੀ ਕੀਤੀ ਗਈ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਵੱਲੋਂ। ਉਹ ਹੁਣ ਵਿਵਾਦ ਵੱਧਦਾ ਜਾ ਰਿਹਾ। ਇਸ ਮੌਜੂਦ ਸਮੇਂ ਨਾਲ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਰਮਾਣਾ, ਉਹਨਾਂ ਨਾਲ ਗੱਲਬਾਤ ਕਰਦੇ। ਰਮਾਣਾ ਸਾਹਿਬ, ਕੀ ਲੱਗਦਾ, ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕਹਿੰਦੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਡੇ ਵਾਸਤੇ ਸਤਿਕਾਰਯੋਗ ਨੇ, ਦੂਜੇ ਪਾਸੇ ਸਿੱਖ ਲੀਡਰ ਉਹਨਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਆਪਣੇ ਆਪ ਨੂੰ ਕਿ ਮੈਂ RSS ਦਾ ਵੀ ਬੰਦਾ ਤੇ ਸਿੱਖ ਵੀ ਹਾਂ, ਉਹ ਕਹਿ ਰਹੇ ਕਿ ਨਹੀਂ, ਉਹਨਾਂ ਨੂੰ ਸਿਆਸੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਕਦੀ ਕਹਿੰਦੇ ਕਿ ਉਹਨਾਂ ਦਾ ਉਹ ਨੌਕਰੀ ਦੀ ਖਾਤਰ, ਕੁਰਸੀ ਬਚਾਉਣ ਦੀ ਖਾਤਰ ਚਾਕਰੀ ਕਰ ਰਹੇ ਨੇ। ਇੱਕ ਗੱਲ ਤਾਂ ਮੈਂ ਕਲੀਅਰ ਕਰਾਂ ਜੀ ਕਿ ਕੇਵਲ ਸਿਰ ਤੇ ਪੱਗ ਬੰਨ੍ਹਣ ਨਾਲ, ਪੱਗ ਰੱਖਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ। ਕੋਈ ਵੀ ਸੱਚਾ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਟਿੱਪਣੀ ਕਰਨੀ ਤਾਂ ਬੜੀ ਦੂਰ ਦੀ ਗੱਲ, ਸੋਚ ਵੀ ਨਹੀਂ ਸਕਦਾ ਇਹੋ ਜਿਹੀ ਗੱਲ ਕਰਨਾ। ਸੋ ਇਹ ਮੀਰੀ ਪੀਰੀ ਦੇ ਸਾਡੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਲੋਂ ਸਥਾਪਿਤ ਸਿੱਖ ਪੰਥ ਦਾ ਸਰਵਉੱਚ ਸਥਾਨ ਹੈ, ਤੇ ਉਹਦੇ ਬਾਰੇ ਜਿਹੜਾ ਬੰਦਾ ਟਿੱਪਣੀ ਕਰੇ ਉਹਨੂੰ ਤਾਂ ਸਿੱਖ ਕਹਾਉਣ ਦੇ ਲਾਇਕ ਹੀ ਨਹੀਂ ਹੈ। ਉਹ ਸਿੱਖ ਤਾਂ ਕਿਸੇ ਪਾਸਿਓਂ ਨਹੀਂ ਰਹਿ ਗਿਆ, ਉਹ ਤਾਂ ਬਹਿਰੂਪੀਆ ਸਿੱਖ ਹੈ। RSS ਦੇ ਇਸ਼ਾਰੇ ਤੇ ਉਹ ਗੱਲ ਕਰ ਰਿਹਾ, BJP ਦੇ ਇਸ਼ਾਰੇ ਤੇ ਗੱਲ ਕਰ ਰਿਹਾ। ਅੱਜ BJP ਦੇ ਜਿਹੜੇ ਲੀਡਰ ਹੈ ਉਹਨਾਂ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ। ਇਹਨਾਂ ਨੂੰ ਸ਼ਾਇਦ ਗੱਲਾਂ ਸੁਣਨ ਦੀ ਮਾਜਨਾ ਨਹੀਂ ਰਿਹਾ, ਇਹਨਾਂ ਨੂੰ ਗੱਲਾਂ ਸੁਣਨ ਦੀ ਆਦਤ ਨਹੀਂ ਰਹੀ। ਇਹ ਆਦਤ ਲੋਕ ਪਾਉਣਗੇ ਇਹਨਾਂ ਨੂੰ। ਸੋ ਇਹ ਸਪਸ਼ਟ ਗੱਲ ਹੈ ਕਿ ਜਿੰਨਾ ਚਿਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਕੀਤੀਆਂ ਟਿੱਪਣੀਆਂ ਤੇ ਮਾਫੀ ਨਹੀਂ ਮੰਗਦੇ, ਉਹਨਾਂ ਦਾ ਵਿਰੋਧ ਜਾਰੀ ਰਹੂਗਾ। ਰਮਾਣਾ ਸਾਹਿਬ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ BJP ਆਪਣੇ ਆਪ 'ਚ ਇੱਕ ਹਿੰਦੂ ਜਮਾਤ ਨੂੰ ਡੋਮੀਨੇਟ ਕਰਦੀ, ਉਹਦੀ ਪ੍ਰਤੀਨਿਧਤਾ ਕਰਦੀ ਹੈ, ਦੂਜੇ ਪਾਸੇ ਇੱਕ ਸਿੱਖ ਕੋਲੋਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਏਡੀ ਉੱਚ ਪਦਵੀ ਦੇ ਜਿਹੜੀ ਸ਼ਖਸੀਅਤ ਬੈਠੀ, ਉਹਦੇ ਖਿਲਾਫ ਇੱਦਾਂ ਦੀ ਮੰਦ ਭਾਸ਼ਾ ਜਾਂ ਇੱਦਾਂ ਦੀ ਬੋਲੇ ਕਿ ਨੇ, ਤਾਂ ਲੱਗਦਾ ਕਿ ਇਹ ਵੀ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਕਿ ਸਿੱਖ ਬਨਾਮ ਸਿੱਖ ਨੂੰ ਲੜਾਇਆ ਜਾਵੇ। ਮੈਂ ਤਾਂ ਇਹ ਭਾਰਤੀ ਜਨਤਾ ਪਾਰਟੀ ਨੂੰ ਵੀ ਕੱਲ ਸਵਾਲ ਪੁੱਛਿਆ ਸੀ, ਇਹਦੇ ਬਾਰੇ ਤਾਂ ਭਾਰਤੀ ਜਨਤਾ ਪਾਰਟੀ ਦੱਸ ਸਕਦੀ। ਮੈਂ ਸਵਾਲ ਪੁੱਛਿਆ ਸੀ ਕਿ ਪਾਰਟੀ ਵੀ ਕਲੀਅਰ ਕਰੇ ਕਿ ਇਹ ਪਾਰਟੀ ਦੀ ਸੋਚ ਹੈ, ਇਹ ਪਾਰਟੀ ਦੀ ਮਾਨਸਿਕਤਾ ਹੈ ਕਿ ਹਰਜੀਤ ਗਰੇਵਾਲ ਦੇ ਨਿੱਜੀ ਬਿਆਨ ਹੈ। ਪਾਰਟੀ ਸਪਸ਼ਟ ਕਰੇ ਇਸ ਗੱਲ ਨੂੰ। ਪਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਕਿ ਹਿੰਦੂ ਰਾਸ਼ਟਰ ਦੀ ਜਾਂ ਹਿੰਦੂ ਮੈਜੋਰਿਟਿਜ਼ਮ ਦੀ ਗੱਲ ਕਰਦੀ ਹੈ ਭਾਰਤੀ ਜਨਤਾ ਪਾਰਟੀ, ਇਹ ਗੱਲ ਵੀ ਸਿੰਘ ਸਾਹਿਬ ਨੇ ਉੱਥੇ ਕੀਤੀ ਹੈ। ਇਸ ਦੇਸ਼ ਨੂੰ ਇਕੱਠਿਆਂ ਰੱਖਣ ਵਾਸਤੇ, ਇਸ ਦੇਸ਼ ਦੇ ਵਿੱਚ ਸਾਰੇ ਧਰਮਾਂ ਨੂੰ ਸਤਿਕਾਰ ਦੇ ਕੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਪਊਗਾ, ਨਹੀਂ ਤਾਂ ਦੇਸ਼ ਦੀ ਹੋਂਦ ਖਤਰੇ 'ਚ ਆ ਜਾਣੀ ਹੈ। ਕੋਈ ਵੀ ਇਨਸਾਨ ਕਿਸੇ ਤਰ੍ਹਾਂ ਦੀ ਵੀ ਬੇਇੱਜ਼ਤੀ, ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਬਰਦਾਸ਼ਤ ਕਰ ਸਕਦਾ, ਬਟ ਜਦੋਂ ਉਹਦੇ ਧਰਮ ਤੇ ਗੱਲ ਆਊਗੀ, ਕੋਈ ਵੀ ਇੱਕ ਅਣਖ ਵਾਲਾ ਬੰਦਾ ਆਪਦੇ ਧਰਮ ਦੇ ਖਿਲਾਫ ਕੋਈ ਗੱਲ ਬਰਦਾਸ਼ਤ ਨਹੀਂ ਕਰੂਗਾ। ਰਮਾਣਾ ਸਾਹਿਬ, ਜਦੋਂ 2019 ਦੀਆਂ ਲੋਕ ਸਭਾ ਚੋਣਾਂ ਸੀ, ਉਦੋਂ 22 ਜਿਹੜੀਆਂ ਪਾਰਟੀਆਂ ਨੇ ਇਲੈਕਸ਼ਨ ਕਮਿਸ਼ਨ ਕੋਲ ਗਈਆਂ ਸੀ, ਅਦਾਲਤਾਂ ਦੇ ਵਿੱਚ ਗਈਆਂ ਸੀ ਕਿ ਜਿਹੜਾ EVM ਮਸ਼ੀਨਾਂ ਇਹ ਬੰਦ ਕੀਤੀਆਂ, ਬੈਲਟ ਪੇਪਰਾਂ ਦੇ ਨਾਲ ਹੀ ਚੋਣਾਂ ਹੋਣੀਆਂ ਚਾਹੀਦੀਆਂ ਜਿੱਦਾਂ ਯੂਰਪ ਦੇ ਵਿੱਚ ਹੁੰਦੀਆਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਬੋਲਦੇ ਹੈਗੇ ਨੇ ਤੇ BJP ਕਹਿੰਦੀ ਕਿ ਚੰਗੇ ਨੇ, ਇਹਨਾਂ ਨੂੰ ਸਿਆਸਤ 'ਚ ਆ ਜਾਣਾ ਚਾਹੀਦਾ ਹੈਗਾ। ਮੈਨੂੰ ਲੱਗਦਾ ਕਿ ਉਦੋਂ ਪਾਰਟੀਆਂ ਜੇ ਮੁੱਦਾ ਉਠਾਉਣ ਤੇ ਠੀਕ ਹੈ, ਜੇ ਜਥੇਦਾਰ ਸਾਹਿਬ ਨੇ ਗੱਲ ਕੀਤੀ ਹੈਗੀ ਹੈ ਵਾਜਬ, ਉਹ ਕਹਿੰਦੇ ਕਿ ਨਹੀਂ, ਗਲਤ ਕੀਤੀ ਹੈਗੀ। ਦੇਖੋ, ਗੱਲ ਮੈਂ ਜਿਹੜੀ ਪਹਿਲਾਂ ਕੀਤੀ, ਜਥੇਦਾਰ ਸਾਹਿਬ ਦੀ ਗੱਲ ਹਰ ਸਿਰ ਮੱਥੇ ਹੈ, ਪ੍ਰਵਾਨ ਹੈ ਪੰਥ ਨੂੰ, ਪ੍ਰਵਾਨ ਹੈ ਕੌਮ ਨੂੰ, ਉਹਦੇ ਬਾਰੇ ਟਿੱਪਣੀ ਕਰਨ ਦਾ ਮੇਰੇ ਵਰਗੇ ਬੰਦੇ ਦਾ ਕੋਈ ਹੱਕ ਨਹੀਂ, ਨਾ ਮੇਰੀ ਹੈਸੀਅਤ ਹੈ। ਪਰ ਜੇ ਉਹਨਾਂ ਨੇ ਗੱਲ ਕੀਤੀ ਹੈ ਤੇ ਗੱਲ ਉਹਨਾਂ ਦੀ ਸਾਨੂੰ ਸਾਰਿਆਂ ਨੂੰ ਪ੍ਰਵਾਨ ਕਰਨੀ ਚਾਹੀਦੀ ਹੈ, ਇਨ ਦਾ ਰਾਈਟ ਸਪਿਰਿਟ ਲੈਣੀ ਚਾਹੀਦੀ ਹੈ। ਜੇ 22 ਪਾਰਟੀਆਂ ਕਰ ਰਹੀਆਂ ਉਦੋਂ ਤੁਹਾਨੂੰ ਇਤਰਾਜ਼ ਨਹੀਂ ਹੋਇਆ, ਜਦੋਂ ਸਿੰਘ ਸਾਹਿਬ ਨੇ ਗੱਲ ਕੀਤੀ ਉਦੋਂ ਤੁਹਾਨੂੰ ਇਤਰਾਜ਼ ਹੋ ਗਿਆ ਉਸ ਗੱਲ ਤੇ। ਇਹ ਸਾਰੀ ਭਾਰਤੀ ਜਨਤਾ ਪਾਰਟੀ ਦੀ ਮਾਈਨੋਰਿਟੀਜ਼ ਨੂੰ ਦਬਾਉਣ ਦੀ, ਮਾਈਨੋਰਿਟੀਜ਼ ਨੂੰ ਪ੍ਰੈਸ਼ਰਾਈਜ਼ ਕਰਨ ਦੀ, ਇਹ ਸਾਰੇ ਉਹਨਾਂ ਦੀ ਜਿਹੜਾ ਛੜਯੰਤਰ ਹੈ, ਇਹ ਸਾਰੀ ਉਹਨਾਂ ਦੀ ਚਾਲ ਹੈ। ਪਰ ਮੈਂ ਕੱਲ੍ਹ ਵੀ ਇਹ ਗੱਲ ਕੀਤੀ ਸੀ, ਸ਼ਾਇਦ ਇਹ ਗੱਲ ਇਤਿਹਾਸ ਤੋਂ ਕਈ ਗੱਲਾਂ ਸਿੱਖਣੀਆਂ ਚਾਹੀਦੀਆਂ ਭਾਰਤੀ ਜਨਤਾ ਪਾਰਟੀ ਨੂੰ। ਸਿੱਖ ਪੰਥ ਨਾਲ, ਸਿੱਖ ਕੌਮ ਨਾਲ ਜਿਹਨੇ ਵੀ ਮੱਥਾ ਲਾਇਆ, ਅਖੀਰ ਉਹਨੂੰ ਧੂਲ ਚਟਣੀ ਪਈ ਹੈ। ਇੱਥੇ ਵੱਡੇ ਵੱਡੇ ਇੰਦਰਾ ਗਾਂਧੀ ਵਰਗੇ ਵੀ ਇਸ ਗੱਲ ਦੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦਾ। ਸੋ ਇਹ ਸਿੱਖ ਪੰਥ ਦੇ ਧਾਰਮਿਕ ਮਸਲਿਆਂ 'ਚ, ਸਿੱਖ ਪੰਥ ਦੇ ਧਾਰਮਿਕ ਆਗੂਆਂ ਬਾਰੇ ਕੋਈ ਵੀ ਟਿੱਪਣੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਇਹ ਗਰੇਵਾਲ ਸਾਹਿਬ ਜਾਂ BJP ਲੀਡਰਾਂ ਨੂੰ ਚੇਤਾਵਨੀ ਕਿ ਵੈਸੇ ਇਤਿਹਾਸ ਦੱਸਿਆ ਉਹਨਾਂ ਨੂੰ ਜੀ? ਨਹੀਂ, ਇਤਿਹਾਸ ਦੱਸਿਆ, ਇਹਨੂੰ ਚੇਤਾਵਨੀ ਸਮਝ ਲੈਣ, ਇਹਨੂੰ ਸੁਝਾਅ ਸਮਝ ਲੈਣ, ਇਹਨੂੰ ਬੇਨਤੀ ਸਮਝ ਲੈਣੇ ਤਾਂ ਉਹਨਾਂ ਤੇ ਹੈ ਨਾ, ਕਿਉਂਕਿ ਅੱਜ ਕੱਲ੍ਹ ਉਹਨਾਂ ਦੀ ਮਾਨਸਿਕਤਾ ਕੀ ਹੈ, ਕੋਈ ਵੀ ਉਹਨਾਂ ਨੂੰ ਕੋਈ ਗੱਲ ਕਵੇ ਉਹਨਾਂ ਨੂੰ ਚੇਤਾਵਨੀ ਲੱਗਦੀ ਹੈ, ਉਹਨਾਂ ਨੂੰ ਥ੍ਰੈਟ ਲੱਗਦੀ ਹੈ, ਉਹਨਾਂ ਨੂੰ ਧਮਕੀ ਲੱਗਦੀ ਹੈ। ਇਹ ਉਹਨਾਂ ਦੀ ਹੈ, ਉਹ ਜਿਵੇਂ ਮਰਜ਼ੀ ਲੈਣ। ਬਟ ਮੈਂ ਇਤਿਹਾਸ ਦੱਸ ਰਿਹਾ
ਜਿਹੜਾ ਬੰਦਾ ਇਤਿਹਾਸ ਚੋਂ ਕੁਝ ਸਿੱਖ ਲਵੇ ਉਹ ਸਿਆਣਾ ਹੁੰਦਾ, ਜਿਹੜਾ ਇਤਿਹਾਸ ਚੋਂ ਨਹੀਂ ਸਿੱਖਦਾ ਉਹ ਫਿਰ ਖਮਿਆਜ਼ਾ ਭੁਗਤਣਾ ਪੈਂਦਾ ਉਸ ਗੱਲ ਦਾ। ਗੁਰਮਾਨੀ ਤੁਹਾਨੂੰ ਲੱਗਦਾ ਨਹੀਂ ਜਦੋਂ ਮਿਨੋਰਟੀ ਪਹਿਲਾਂ ਜਦੋਂ ਮੁਸਲਮਾਨਾਂ ਨੂੰ ਦਬਾਇਆ ਜਾ ਰਿਹਾ ਸੀ ਜਾਂ ਜੰਮੂ ਕਸ਼ਮੀਰ ਨੂੰ ਲੱਗ ਕਰਤਾ, ਅਕਾਲੀ ਦਲ ਨੂੰ ਉਸ ਵੇਲੇ ਜਿਸ ਜ਼ੋਰ ਸ਼ੋਰ ਦੇ ਨਾਲ ਸਟੈਂਡ ਲੈਣਾ ਚਾਹੀਦਾ ਨਹੀਂ ਲਿਆ, ਸ਼ਾਇਦ ਅੱਜ ਉਸੇ ਕਰਕੇ ਅਕਾਲੀ ਦਲ ਵੀ ਭੁਗਤ ਰਿਹਾ ਹੈ। ਦੇਖੋ ਜਦੋਂ ਮਾਈਨੋਰਿਟੀਜ਼ ਦੀ ਦਬਾਉਣ ਦੀ ਤੁਸੀਂ ਜਿਹੜੀ ਗੱਲ ਕੀਤੀ ਹੈ, CAA ਦੀ ਗੱਲ ਆਈ ਤੇ ਦੇਸ਼ ਦੀ ਸਭ ਤੋਂ ਵੱਡਾ ਪਲੇਟਫਾਰਮ ਜਿਹਨੂੰ ਆਪਾਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਕਹਿ ਦਿੰਦੇ ਹਾਂ, ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀ ਹਾਜ਼ਰੀ 'ਚ ਗੱਲਾਂ ਕੀਤੀਆਂ ਸੀ ਕਿ ਇਹ ਦੇਸ਼ ਧਰਮ ਨਿਰਪੱਖ ਦੇਸ਼ ਹੈ, ਸਿੱਖ ਕੌਮ ਮਾਨਵਤਾ, ਸਮੁੱਚੀ ਮਾਨਵਤਾ ਦਾ ਸਤਿਕਾਰ ਕਰਦੀ ਹੈ, ਹਰ ਧਰਮ ਦਾ ਸਤਿਕਾਰ ਕਰਦੀ ਹੈ ਤੇ ਉਹਦੇ ਵਿੱਚ ਮੁਸਲਮਾਨ ਵੀ ਇਨਕਲੂਡ ਹੋਣੇ ਚਾਹੀਦੇ, ਇਹ ਲਫ਼ਜ਼ ਬੋਲੇ ਸੀ। ਸੋ ਆਪਦੀ ਆਵਾਜ਼, ਆਪਦੇ ਕੋਰ ਪ੍ਰਿੰਸੀਪਲਸ ਬਾਰੇ ਗੱਲ ਅਸੀਂ ਹਰ ਪਲੇਟਫਾਰਮ ਤੇ ਕਰਦੇ ਰਹੇ ਹਾਂ, ਪਰ ਉਹਨਾਂ ਦੀ ਗੱਲ ਇਹ ਹੈ ਨਾ ਜੀ, ਅੱਜ ਉਹਨਾਂ ਕੋਲੇ ਸ਼ਕਤੀ ਹੈ, ਅੱਜ ਉਹਨਾਂ ਕੋਲੇ ਨੰਬਰਸ ਹੈ, ਉਹ ਸੋਚਦੇ ਅਸੀਂ ਕੁਝ ਵੀ ਕਰ ਸਕਦੇ ਹਾਂ। ਇਹ ਤਾਂ ਜਿਹੜੇ ਲੋਕ ਹੈ, ਇਹ ਅੱਜ ਤੁਸੀਂ ਰਾਜਾ ਹੋ ਕੱਲ ਰੰਕ ਵੀ ਬਣਾ ਸਕਦੇ ਹੋ, ਇਹ ਤਾਂ ਆਉਂਦੀਆਂ ਜਾਂਦੀਆਂ ਗੱਲਾਂ, ਇਹ ਭੁੱਲੀਆਂ ਨਹੀਂ ਚਾਹੀਦੀਆਂ ਇਹਨਾਂ ਨੂੰ। ਤੁਸੀਂ ਹਰਜੀਤ ਸਿੰਘ ਗਰੇਵਾਲ ਦੇ ਮਸਲੇ ਤੇ ਬੋਲੇ ਹੈਗੇ ਨੇ, ਉਹਨਾਂ ਨੂੰ ਘੇਰਨ ਦੇ ਯਤਨ ਪ੍ਰੋਟੈਸਟ ਵੀ ਕੀਤਾ ਹੈਗਾ, ਤੁਸੀਂ ਜੋ ਇੱਕ ਰਾਈਟ ਹੈ ਕਿ ਹਰ ਇੱਕ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈਗਾ, ਪਰ ਉਹ ਤਾਂ ਇੱਥੋਂ ਤੱਕ ਕਹਿ ਦੇਣਗੇ ਰਮਾਣਾ ਸਾਹਿਬ ਗੁੰਡੇ ਨੇ। ਦੇਖੋ ਮੈਨੂੰ ਜੋ ਮਰਜ਼ੀ ਕਹਿ ਲੈਣ, ਕੋਈ ਉਹਨਾਂ ਨੂੰ ਚਲੋ ਡੈਮੋਕ੍ਰੈਟਿਕਲੀ ਫੰਡਾਮੈਂਟਲ ਰਾਈਟ ਆ ਉਹਨਾਂ ਨੂੰ ਕਹਿਣਾ, ਜੋ ਮਰਜ਼ੀ ਕਹਿ ਲੈਣ, ਪਰ ਜੇ ਸਾਡੇ ਧਾਰਮਿਕ ਮਸਲਿਆਂ 'ਚ ਸਾਡੇ ਧਾਰਮਿਕ ਆਗੂਆਂ ਬਾਰੇ ਕੋਈ ਗੱਲ ਕਰਨਗੇ, ਬਿਲਕੁਲ ਬਰਦਾਸ਼ਤ ਨਹੀਂ ਹੋਊਗਾ, ਚਾਹੇ ਗੁੰਡੇ ਕਹਿਣ, ਚਾਹੇ ਜੋ ਮਰਜ਼ੀ ਨਾਂ ਰੱਖ ਲੈਣ। ਮੈਂ ਆਪਦੇ ਬਾਰੇ ਤਾਂ ਸੁਣ ਲੂੰਗਾ, ਪਰ ਜੇ ਸਾਡੇ ਧਰਮ ਦੇ ਬਾਬਤ ਕੋਈ ਗੱਲ ਕਰਨਗੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਕੋਈ ਟਿੱਪਣੀ ਕੋਈ ਸਿੱਖ ਬਿਲਕੁਲ ਬਰਦਾਸ਼ਤ ਨਹੀਂ ਕਰੇ। ਤੁਹਾਨੂੰ ਵੀ ਕਿਉਂ ਗੁੰਡੇ ਕਿਉਂ ਕਹਿ ਰਹੇ ਨੇ ਤੁਹਾਨੂੰ? ਕੀ ਇਹ ਤਾਂ ਤੁਹਾਡਾ ਹੱਕ ਹੈ ਪ੍ਰੋਟੈਸਟ ਕਰਨ ਦਾ ਜੀ। ਇਹ ਤਾਂ ਮੈਂ ਤਾਂ ਤੁਹਾਨੂੰ ਕਹਿ ਰਿਹਾ, ਇਹਨਾਂ ਦਾ ਮਾਜਨਾ ਬੀਜੇਪੀ ਵਾਲਿਆਂ ਦਾ ਕੁਝ ਸੁਣਨ ਦਾ, ਇਹਨਾਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਦੀ ਗੱਲ ਕਰਦੇ ਹੋ, ਡੈਮੋਕ੍ਰੇਸੀ ਦੀ, ਇਹਨਾਂ ਦਾ ਡੈਮੋਕ੍ਰੈਟਿਕ ਇੰਸਟੀਟਿਊਸ਼ਨ 'ਚ ਵਿਸ਼ਵਾਸ ਕਿੰਨਾ ਕਹੇ ਤਾਂ ਇੱਥੋਂ ਹੀ ਪਤਾ ਲੱਗਦਾ। ਜਿਹੜਾ ਕੋਈ ਇਹਨਾਂ ਦੇ ਖਿਲਾਫ ਪ੍ਰੋਟੈਸਟ ਕਰੇ, ਇਹਨਾਂ ਦੀ ਆਵਾਜ਼ ਦੇ ਵਿੱਚ ਸੁਰ ਵਿੱਚ ਸੁਰ ਨਾ ਮਿਲਾਵੇ, ਵੱਖਰੀ ਆਵਾਜ਼ ਚੱਕੇ, ਉਹ ਇਹਨਾਂ ਨੂੰ ਗੁੰਡਾ ਲੱਗਣ ਲੱਗ ਜਾਂਦਾ। ਅੱਜ ਇਹ ਗੱਲ ਕਰ ਇਹਨਾਂ ਦੀ ਇੱਕ ਗੱਲ ਤੁਸੀਂ ਦੇਖੋ, ਦੋਹਰੇ ਮਾਪਦੰਡ ਦੇਖੋ। ਕੋਈ ਵੀ ਨਰਿੰਦਰ ਮੋਦੀ ਬਾਰੇ ਕੋਈ ਟਿੱਪਣੀ ਕਰਦਾ ਹੈ, ਇਹ ਕਹਿ ਦਿੰਦੇ ਆ ਜੀ ਕਿ ਇਹ ਦੇਖੋ ਇਹ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਗਰਿਮਾ ਨੂੰ ਠੇਸ ਪਹੁੰਚਾ ਰਿਹਾ, ਨਰਿੰਦਰ ਮੋਦੀ ਬਾਰੇ ਨਹੀਂ ਬੋਲ ਰਹੇ, ਇਹ ਪ੍ਰਧਾਨ ਮੰਤਰੀ ਦੀ ਕੁਰਸੀ ਦੀ ਗਰਿਮਾ ਨੂੰ ਠੇਸ ਪਹੁੰਚਾ ਰਹੇ। ਕੀ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਗਰਿਮਾ ਨਹੀਂ ਹੈ? ਕਿ ਮੋਦੀ ਤਾਂ ਫਿਰ ਇੱਕ ਦੁਨਿਆਵੀ ਬੰਦਾ ਹੈ, ਉਹ ਸਾਡਾ ਤਖਤ ਹੈ ਸਿੱਖਾਂ ਦਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਣਾਇਆ, ਮੀਰੀ ਪੀਰੀ ਦਾ ਸੰਦੇਸ਼ ਦਿੱਤਾ ਉੱਥੋਂ, ਧਰਮ ਤੇ ਰਾਜਨੀਤੀ ਦਾ ਸੰਦੇਸ਼ ਦਿੱਤਾ ਉੱਥੋਂ। ਜੇ ਉਹਦੇ ਬਾਰੇ ਗੱਲ ਕਰਨਗੇ, ਮੈਂ ਕੁਛ ਕਹਿ ਲੈਣ ਜੀ, ਉਹ ਬਰਦਾਸ਼ਤ ਨਹੀਂ ਹੋਊਗਾ ਬਿਲਕੁਲ। ਪਰ ਉਹ ਤਾਂ ਉਹਨੂੰ ਕਹਿੰਦੇ ਕਿ ਤੁਹਾਡੇ ਨਾਲ ਸਿੱਧਾ ਮੁਕਾਬਲਾ ਕਰਨ ਨੂੰ ਤਿਆਰ, ਤੁਸੀਂ ਕਹਿੰਦੇ ਰਾਜਪੁਰੇ, ਉਹ ਕਹਿੰਦੇ ਆ ਕੇ ਦਿਖਾਓ, ਕਹਿੰਦੇ ਮੈਂ ਤੇ ਤੁਹਾਡੇ ਹਲਕੇ 'ਚ ਵੀ ਜਾਵਾਂਗਾ, ਉਹ ਕਹਿ ਰਹੇ ਹੁਣ ਮੈਂ ਬੰਟੀ ਰਮਾਣਾ ਜੀ ਦੇ ਪੋਲ ਵੀ ਖੋਲਾਂਗਾ ਜੀ। ਮੈਂ ਤਾਂ ਉਡੀਕ ਰਿਹਾ ਜੀ, ਜਿਹੜੇ ਪੋਲ ਖੋਲ੍ਹਣੇ ਖੋਲ੍ਹਣ, ਮੈਂ ਤਾਂ ਤੁਹਾਨੂੰ ਕਹਿ ਰਿਹਾ ਜੋ ਕਰਨਾ ਕਰਨ, ਪਰ ਅਕਾਲ ਤਖਤ ਸਾਹਿਬ ਬਾਰੇ ਟਿੱਪਣੀ ਨਹੀਂ ਕਰਨ ਦੇਵਾਂਗੇ। ਦੂਜੀ ਗੱਲ ਜਿਹੜੀ ਰਾਜਪੁਰੇ ਜਾਂ ਕਿਤੇ ਹੋਰ ਮੇਰੇ ਉਹਨਾਂ ਨੇ ਆਉਣ ਦੀ ਗੱਲ ਕੀਤੀ ਹੈ, ਕੱਲ ਅਸੀਂ ਸਾਰੀ ਦਿਹਾੜੀ ਰਾਜਪੁਰੇ ਰਹੇ ਹਾਂ, ਇੱਥੇ ਹੀ ਬੈਠੇ ਸੀ, ਇੱਕ ਚੈਨਲ ਦੇ ਉਹਦੇ 'ਚ ਹੀ ਬੈਠੇ ਸੀ, ਉਹਨਾਂ ਦੇ ਦਫ਼ਤਰ ਵਾਲਿਆਂ ਨੂੰ ਪਤਾ ਸੀ ਅੱਜ ਅਸੀਂ ਆਉਣਾ, ਪੁਲਿਸ ਦੀ ਉੱਥੇ ਬੜੀ ਤਕੜੀ ਐਨ ਬੰਦੋਬਸਤ ਕਰ ਰੱਖਿਆ ਸੀ, ਤੇ ਆ ਜਾਂਦੇ ਫਿਰ। ਇਹ ਲੱਤਾਂ ਭਾਰ ਝੱਲਣੀਆਂ ਬੜੀਆਂ ਔਖੀਆਂ, ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਪਰ ਮੈਂ ਫਿਰ ਉਹਨਾਂ ਨੂੰ ਬੇਨਤੀ ਕਰਦਾ ਆਪਦਾ ਹੰਕਾਰ ਛੱਡਣ ਤੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣ। ਉਹ ਤਾਂ ਕਹਿ ਰਹੇ ਕਿ ਜੋ ਵੀ ਪ੍ਰਧਾਨ ਮੰਤਰੀ ਸਾਹਿਬ ਖਿਲਾਫ ਬੋਲਣਗੇ ਮੈਂ ਤਾਂ ਇਦਾਂ ਹੀ ਬੋਲਾਂਗਾ ਜੀ, ਤੇ ਫਿਰ ਸਾਡਾ ਵੀ ਰਾਈਟ ਆ, ਅਸੀਂ ਵੀ ਕਰਾਂਗੇ ਜੀ। ਅਕਾਲ ਤਖਤ ਸਾਹਿਬ ਦੇ ਖਿਲਾਫ ਨਹੀਂ ਬਰਦਾਸ਼ਤ ਕਰਾਂਗੇ। ਤੁਸੀਂ ਇੱਕ ਪੋਲੀਟੀਕਲ ਪਾਰਟੀ ਹੋ, ਸਾਡੀ ਪੋਲੀਟੀਕਲ ਪਾਰਟੀ ਬਾਰੇ ਜੋ ਮਰਜ਼ੀ ਕਹੋ, ਤੁਸੀਂ ਮੇਰੇ ਬਾਰੇ ਨਿੱਜੀ ਤੌਰ ਤੇ ਜੋ ਮਰਜ਼ੀ ਕਹੋ, ਪਰ ਜੇ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਗੱਲ ਕਰੋਗੇ, ਬਿਲਕੁਲ ਬਰਦਾਸ਼ਤ ਨਹੀਂ। ਅੱਛਾ, ਗੱਠਜੋੜ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ, ਉਦੋਂ ਇਹਨਾਂ ਦਾ ਠੀਕ ਸੀ ਸਭ ਤੋਂ ਹਿਸਾਬ ਜੀ? ਮੇਰਾ ਤਾਂ ਕੋਈ ਉਹਨਾਂ ਨਾਲ ਨਿੱਜੀ ਕੋਈ ਬਾਲਾ ਵਾਹ ਵਾਸਤਾ ਹੈ ਨਹੀਂ। ਜਦੋਂ ਗੱਠਜੋੜ ਸੀ ਉਦੋਂ ਤਾਂ ਇਹਨਾਂ ਨੂੰ ਸਾਰੇ ਸਤਿਕਾਰਯੋਗ ਲੱਗਦੇ ਸੀ, ਉਦੋਂ ਤਾਂ ਸਾਰੇ ਬਾਲ ਸਾਹਿਬ ਕੋਲੇ ਆਉਂਦੇ ਹੁੰਦੇ ਸੀ ਕਿ ਜੀ ਮੇਰਾ ਧਿਆਨ ਰੱਖਿਓ, ਮੈਨੂੰ ਆ ਫਲਾਨੀ ਕੁਰਸੀ ਦੇ ਦਿਓ, ਮੈਨੂੰ ਧਮਕੀ ਕੁਰਸੀ ਦੇ ਦਿਓ। ਕਿਹੜਾ ਨਹੀਂ ਗਿਆ ਇਹਨਾਂ 'ਚੋਂ ਇਹ ਦੱਸਣ? ਅੱਜ ਉਹੀ ਮਾੜੇ ਹੋ ਗਏ। ਅਸੀਂ ਇੱਕ ਪ੍ਰਿੰਸੀਪਲ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੂੰ ਛੱਡਿਆ, NDA ਨੂੰ ਛੱਡਿਆ। ਜਿੱਥੇ ਕਿਸਾਨੀ ਦੀ ਗੱਲ ਆ ਗਈ ਉੱਥੇ ਕੋਈ ਕੰਪਰੋਮਾਈਜ਼ ਨਹੀਂ। ਅੱਜ ਵੀ ਕਹਿ ਰਹੇ ਹਾਂ, ਅੱਜ ਇਸ ਬੰਦੇ ਦੇ ਇਹਨੂੰ ਲਗਾਮ ਕੌਣ ਪਾਊਗਾ? ਮੈਨੂੰ ਕੱਲ ਪੱਤਰਕਾਰ ਰਾਜਪੁਰੇ ਕਹਿੰਦੇ ਜੀ ਮੰਦੀ ਸ਼ਬਦਾਵਲੀ ਸਾਡੇ ਨਾਲ ਵੀ ਵਰਤਦੇ, ਤੇ ਔਨ ਰਿਕਾਰਡ ਹੈ ਕਿਸਾਨਾਂ ਨੂੰ ਨਕਸਲ ਕਿਹਾ ਇਹਨਾਂ ਨੇ, ਉਦੋਂ ਨਹੀਂ ਕਿਸੇ ਨੇ ਕੋਈ। ਇਹ ਨਾ ਹੌਲੀ ਹੌਲੀ ਵੱਧਦੇ ਤੁਰੇ ਗਏ ਤੇ ਪਤਾ ਨਹੀਂ ਲੱਗਿਆ ਇਹਨਾਂ ਨੂੰ ਕਿ ਇਹਨਾਂ ਨੇ ਪੰਗਾ ਕਿੱਥੇ ਜਾ ਕੇ ਲੈ ਲਿਆ। ਅਸੀਂ ਖਬਰਾਂ ਛਪੀਆਂ ਹੈਗੀਆਂ ਕਿ ਵਿਕਰਮ ਸਿੰਘ ਮਜੀਠੀਆ ਹੋਣਾ ਦੀ ਸੈਂਟਰ ਸਰਕਾਰ ਨੇ ਜਿਹੜੀ Z+ ਸਿਕਿਉਰਿਟੀ ਦਿੱਤੀ ਉਹ ਵਾਪਸ ਲੈ ਲਈ ਹੈ। ਹਾਂ, ਮੈਂ ਵੀ ਖਬਰਾਂ ਪੜ੍ਹੀਆਂ ਜੀ। ਇਹ ਤਾਂ ਜਿਹੜਾ ਨਤੀਜਾ ਕਿਸ ਕਰਕੇ ਲਈ ਗਈ ਹੈ? ਦੇਖੋ, ਇਹ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਸਟੈਂਡ ਲਿੱਤਾ ਹੈ ਕਿਸਾਨੀ ਦੇ ਹੱਕ 'ਚ,
ਫਾਰਮ ਆਰਡੀਨੈਂਸਸ ਦੇ ਵਿੱਚ ਬੀਜੇਪੀ ਦੇ ਖਿਲਾਫ ਜਿਹੜਾ ਸਟੈਂਡ ਲਿੱਤਾ ਇਹ ਉਹਦਾ ਨਤੀਜਾ ਹੈ। ਆਬਵੀਅਸਲੀ ਤੁਸੀਂ ਮੈਨੂੰ ਇੱਕ ਗੱਲ ਦੱਸੋ, ਅੱਜ ਇੱਕ ਬੰਦਾ Z+ ਕੈਟਾਗਰੀ 'ਚ ਤੁਸੀਂ ਮਿਨਿਸਟਰੀ ਆਫ ਹੋਮ ਅਫੇਅਰਸ ਉਹਨੂੰ ਪਾਉਂਦੀ। Z+ ਇਜ਼ ਦਾ ਹਾਈਐਸਟ ਕੈਟਾਗਰੀ ਇਨ ਇੰਡੀਆ, ਸਿਕਿਉਰਿਟੀ ਥ੍ਰੈਟ ਜਿਹਨੂੰ ਹੁੰਦੀ ਹੈ। ਜੀ ਠੀਕ ਹੈ, ਤੁਸੀਂ ਜੇ ਸਿਕਿਉਰਿਟੀ ਰਿਵਿਊ ਕਰਦੇ ਹੋ Z ਤੋਂ ਬੰਦਾ ਤੁਸੀਂ Z+ ਚੋਂ Z 'ਚ ਕਰ ਲਓਗੇ, Z ਵਾਲੇ ਨੂੰ Y+ 'ਚ ਕਰ ਦਿਓਗੇ, Y+ ਨੂੰ Y 'ਚ ਕਰ ਦਿਓਗੇ। 100 ਕੈਟਾਗਰੀਜ਼ ਹੈ। ਤੁਸੀਂ ਅੱਜ ਤਾਂ ਕਹਿ ਰਹੇ ਹੋ ਕਿ ਇਸ ਬੰਦੇ ਨੂੰ ਦੇਸ਼ ਦੇ ਵਿੱਚ ਸਭ ਤੋਂ ਵੱਧ ਖਤਰਾ ਹੈ, ਤੇ ਘੰਟੇ ਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਉਹਨੂੰ ਖਤਰਾ ਹੀ ਕੋਈ ਨਹੀਂ, ਸਾਰੀ ਸਿਕਿਉਰਿਟੀ ਵਾਪਸ ਲੈ ਲੈਂਦੇ ਹੋ। ਪਰ ਇਹ ਜਿਹੜੀਆਂ ਬੀਜੇਪੀ ਦੀਆਂ ਚਾਲਾਂ ਹੈ ਨਾ, ਇਹਦਾ ਅਸਰ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਨਹੀਂ ਹੋਣਾ। ਜੇ ਤੁਸੀਂ ਸੋਚੋ ਸ਼੍ਰੋਮਣੀ ਅਕਾਲੀ ਦਲ ਜਾਂ ਮਜੀਠੀਆ ਸਾਹਿਬ ਇਹਨਾਂ ਗੱਲਾਂ ਤੋਂ ਘਬਰਾ ਜਾਣਗੇ ਜਾਂ ਸ਼ਾਇਦ ਆਪਦੀ ਮੂਵਮੈਂਟ ਘੱਟ ਕਰ ਦੇਣਗੇ, ਮੱਤ ਮਗਾਜ਼ ਵਿੱਚ ਰਹਿਣਾ, ਭੁਲੇਖੇ 'ਚ ਨਾ ਰਹੇ ਹੋ ਕਿਸੇ ਗੱਲ ਦਾ। ਇਹ ਬੀਜੇਪੀ ਦੇ ਪੁਰਾਣੇ ਹੱਥਕੰਡੇ ਹੈ, ਸਿਆਸੀ ਵਿਰੋਧੀਆਂ ਨੂੰ ਟਾਰਗੇਟ ਕਰਨ ਦੇ ਹੱਥਕੰਡੇ ਹੈ। ਜੋ ਮਰਜ਼ੀ ਕਰ ਲੈਣ, ਇੱਥੇ ਲੋਕਾਂ ਦੇ ਵਿੱਚ ਇਹਨਾਂ ਨੂੰ ਕਟਹਿਰੇ 'ਚ ਖੜੇ ਕਰਾਂਗੇ। ਤੇ ਬੀਜੇਪੀ ਦੀ ਜਿਹੜੇ ਇਹ ਜਿਹੜਾ ਉਹਨਾਂ ਨੇ ਕੀਤਾ ਕੰਮ, ਇਹ ਬਿਲਕੁਲ ਪੋਲੀਟੀਕਲ ਵੈਂਡੇਟਾ ਹੈ। ਪਰ ਇਸ ਪੋਲੀਟੀਕਲ ਵੈਂਡੇਟਾ ਦੇ ਅੱਗੇ ਅਕਾਲੀ ਦਲ ਝੁਕਣ ਵਾਲਾ ਨਹੀਂ ਹੈ। ਤੁਹਾਨੂੰ ਲੱਗਦਾ ਕਿ ਅਕਾਲੀ ਦਲ ਨੂੰ ਸਬਕ ਸਿਖਾਉਣ ਦੀ ਨੀਤੀ ਅਪਣਾ ਲਈ ਭਾਰਤੀ ਜਨਤਾ ਪਾਰਟੀ ਨੇ? ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ। ਅੱਜ ਦਸੰਬਰ 'ਚ ਐਤਕੀ 100 ਸਾਲ ਹੋ ਜਾਣਾ ਹੈ। ਜਿਹੜੀਆਂ ਪਾਰਟੀਆਂ ਜੰਮੀਆਂ ਹੀ ਉਦੋਂ ਬਾਅਦ ਆ, ਉਹ ਸਾਨੂੰ ਕੀ ਸਬਕ ਸਿਖਾਉਣਗੀਆਂ? ਅੱਜ ਠੀਕ ਹੈ, ਦੇਸ਼ ਦੇ ਵਿੱਚ ਉਹਨਾਂ ਦੀਆਂ ਬਹੁਤੀਆਂ ਸਰਕਾਰਾਂ, ਇਹ ਤਾਂ ਸਮਾਂ ਆਉਂਦਾ ਜਾਂਦਾ ਰਹਿੰਦਾ। ਕਾਂਗਰਸ ਦੇ ਵੀ ਕਿਸੇ ਵੇਲੇ 450 ਮੈਂਬਰ ਸੀ ਲੋਕ ਸਭਾ 'ਚ, ਰੱਬ ਉਹਨਾਂ ਨੂੰ ਯਾਦ ਨਹੀਂ ਸੀ, ਤੇ ਅੱਜ 40 ਤੇ ਆ ਗਏ ਆ। ਤੇ ਸਮਾਂ ਆਉਂਦਾ ਜਾਂਦਾ ਰਹਿੰਦਾ, ਕੋਈ ਗੱਲ ਨਹੀਂ। ਚਲੋ ਬਹੁਤ ਬਹੁਤ ਮਿਹਰਬਾਨੀ। ਇਹ ਸਨ ਪਰਮਬੰਸ ਸਿੰਘ ਰਮਾਣਾ। ਉਹ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਸਵਾਲ, ਜੋ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਜਿਹੜੇ ਮੰਦਭਾਗੇ ਬੋਲੇ ਨੇ, ਉਹ ਕਦੀ ਵੀ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਹੈਗੇ, ਕਿਉਂਕਿ ਉਹ ਸਾਡੇ ਵਾਸਤੇ ਸਿੱਖਾਂ ਵਾਸਤੇ ਇੱਕ ਸੁਪਰੀਮ ਸੰਸਥਾ ਦੇ ਮੁਖੀ ਨੇ। ਪਰ ਸਵਾਲ ਆ ਕਿ ਜਦ ਸਿਆਸਤ ਹੁੰਦੀ ਹੈ, ਫਿਰ ਸਿਆਸਤ ਕਰਨ ਵਾਲੇ ਇਹ ਵੀ ਨਹੀਂ ਸੋਚਦੇ ਕਿ ਕਿਹਦੇ ਖਿਲਾਫ ਕਿਹੋ ਜਿਹੇ ਸ਼ਬਦ ਬੋਲੇ ਹੈਗੇ ਨੇ, ਤੇ ਫਿਰ ਉਹਨਾਂ ਨੂੰ ਲੋਕ ਹੀ ਕਟਹਿਰੇ 'ਚ ਖੜਾ ਕਰਦੇ। ਪਰ ਸਵਾਲ ਆ ਕਿ ਜਿਹੜੀ ਲੜਾਈ ਆ, ਇਹਦਾ ਅੰਤ ਕੀ ਹੋਏਗਾ? ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।